सत श्री अकाल। तुसीं देख रहे हो तख्त पंजाब। मैं तुहाडे नाल सुखविंदर सिंह, मेरे नाल प्रोफैसर सतनाम सिंह संधू मौजूद ने। पंजाब दे विच जदों दी नवीं सरकार बनी आ, चर्चा हो रही है शहीद भगत सिंह दे सुपनिਆਂ दी। हालांकि अज दी नौजवान पीढ़ी ने शायद बहुता शहीद भगत सिंह नूं पढ़िया ना होवे, पर संधू साहब होणां दा एक जिहड़ा आर्टिकल कह लो, इन्हां दी संपादकी जिहड़ी है पंजाब हैरीटेज अखबार दे विच आई, जिहदे जरिए इन्हां ने इस आवाज़ नूं होर अगे तोरिया, जिहदे विच इह कहा जा रहा कि शहीद भगत सिंह ने शहादत तो पहलां जिहड़ी वो पुस्तक पढ़दे सी उहदा आखिरी पन्ना मोड़िया ते उस तो हुण अगे तुरन दी लोड़ है। जदों इहदे विच असीं पंजाब नूं देखदे हां, अज दी नौजवान पीढ़ी नूं देखदे हां, जां फिर अज दे सियासतदान नूं देखदे हां, ਇਹਦੇ ਉੱਤੇ ਅਸੀਂ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਸੰਧੂ ਸਾਹਿਬ। ਧੰਨਵਾਦ ਜੀ, ਧੰਨਵਾਦ ਸੰਧੂ ਸਾਹਿਬ। ਜਦੋਂ ਤੁਸੀਂ ਇਹ ਲਿਖਦੇ ਹੋ ਕਿ ਸ਼ਹੀਦ ਭਗਤ ਸਿੰਘ ਦੀ ਪੁਸਤਕ ਦਾ ਮੁੜਿਆ ਪੰਨਾ ਤੇ ਪੰਜਾਬ, ਕਿੱਥੋਂ ਸ਼ੁਰੂ ਕੀਤਾ ਜਾਏ ਕਿ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਖਿਰਕਾਰ ਸ਼ਹੀਦ ਭਗਤ ਸਿੰਘ ਦਾ ਸੁਪਨਾ ਕੀ ਸੀ। ਹਾਲਾਂਕਿ ਸਿਆਸਤਦਾਨਾਂ ਨੇ ਤਾਂ ਆਪਣੇ ਤਰੀਕੇ ਨਾਲ ਦੱਸਣਾ। ਬੁਨਿਆਦੀ ਤੌਰ ਤੇ ਸ਼ਹੀਦ ਭਗਤ ਸਿੰਘ ਹੋਣੀ ਉਦੋਂ ਇੱਕ ਇੰਪੀਰੀਅਲਿਜ਼ਮ ਦੇ ਖਿਲਾਫ, ਇੱਕ ਵਿਦੇਸ਼ੀ ਤਾਕਤ ਦੇ ਖਿਲਾਫ जो जबरी हुकूमत कर रही सी, उस दे खिलाफ उन्होंने लड़ाई विढ़ी सी। उन्होंने अपनी नौजवान पीढ़ी है जिहड़ी उस नूं नाल लाया, क्रांतिकारी विचारां नूं लैके उन्होंने अगे चलना शुरू किया। देश नूं तब्दील करन दे, आम लोकां नूं उन्हां दी जमहूरीयत दे हक दिवाउण लई उन्होंने संघर्ष दा आरंभ किया। उस संघर्ष नूं चलाउंदे होए उन्होंने एक नवीं किस्म दे विचार, नवीं किस्म दी सोच ਉਹ ਆਪਣੇ ਕੋਲੇ ਲੈ ਕੇ ਆਏ। ਉਸ ਸਮੇਂ ਉਹਨਾਂ ਦਾ ਸੁਪਨਾ ਇਹ ਸੀ ਕਿ ਦੇਸ਼ ਦੇ ਵਿੱਚੋਂ ਜਿਹੜੀ ਸਾਮਰਾਜੀ ਹਕੂਮਤ ਹੈ ਜਾਂ ਬਸਤੀਵਾਦ ਹੈ ਉਹਦਾ ਖਾਤਮਾ ਕੀਤਾ ਜਾਵੇ। ਸਾਡੇ ਆਪਣੇ ਲੋਕਾਂ ਦੀ ਆਪਣੀ ਸਰਕਾਰ ਹੋਵੇ ਜਿਹੜੀ ਸਾਡੀ ਮੁਲਕ ਬਾਰੇ, ਸਾਡੇ ਲੋਕਾਂ ਬਾਰੇ, ਸਾਡੇ ਮੁੱਦਿਆਂ ਬਾਰੇ, ਮਸਲਿਆਂ ਬਾਰੇ ਆਪਣੇ ਫੈਸਲੇ ਆਪ ਲੈ ਸਕੇ। ਇਹ ਉਹਨਾਂ ਨੇ ਸੁਪਨਾ ਲਿਆ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਪੜ੍ਹਾਈ ਲਿਖਾਈ ਨਾਲ ਨਿੱਜੀ ਤੌਰ ਤੇ ਬਹੁਤ ਜੁੜੇ ਹੋਏ ਸੀ। ਉਹਨਾਂ ਬਾਰੇ ਬਹੁਤ ਸਾਰੀਆਂ ਪੁਸਤਕਾਂ ਛਪੀਆਂ। ਉਹਨਾਂ ਦੀ ਜੇਲ੍ਹ ਵਿਚਲੀ ਡਾਇਰੀ, ਉਹਨਾਂ ਦੀਆਂ ਹੱਥ ਲਿਖਤਾਂ, ਉਹਨਾਂ ਦੇ ਵਿਚਾਰ, ਭਾਵੇਂ ਉਹ ਛੋਟੀ ਉਮਰ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ ਸੀ, ਪਰ ਫਿਰ ਵੀ ਉਹਨਾਂ ਦੁਆਰਾ ਲਿਖੇ ਹੋਏ ਵਿਚਾਰ ਅੱਜ ਵੀ ਨੌਜਵਾਨਾਂ ਦੇ ਉੱਪਰ ਗਹਿਰਾ ਪ੍ਰਭਾਵ ਸਿਰਜਦੇ ਹੈ। ਜਿੱਥੋਂ ਤੱਕ ਗੱਲ ਇਸ ਸੰਪਾਦਕੀ ਦੀ ਹੈ ਜੋ ਮੈਂ ਪੰਜਾਬ ਹੈਰੀਟੇਜ ਦੇ ਵਿੱਚ ਲਿਖੀ ਹੈ, ਉਸ ਦੇ ਵਿੱਚ ਇਹ ਚਰਚਾ ਹੈ ਕਿ ਉਹਨਾਂ ਨੇ ਆਪਣੀ ਪੁਸਤਕ ਦਾ ਪੰਨਾ ਮੋੜਿਆ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਪੰਨਾ ਕਿਉਂ ਮੋੜਿਆ, ਤਾਂ ਉਹਨਾਂ ਨੇ ਕਿਹਾ ਕਿ ਇੱਥੋਂ ਤੱਕ ਮੈਂ ਵਿਚਾਰ ਆਪਣੇ ਪੜ੍ਹ ਸਕਿਆ, ਸਮਝ ਸਕਿਆ ਤੇ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਇਹ ਵਿਚਾਰਾਂ ਨੂੰ ਇਸ ਤੋਂ ਅੱਗੇ ਲੈ ਕੇ ਜਾਵੇਗੀ। ਮੈਨੂੰ ਐਂ ਲੱਗਦਾ ਕਿ ਹੁਣ ਪ੍ਰਤੀਕਾਤਮਕ ਤੌਰ ਤੇ ਸ਼ਾਇਦ ਉਹ ਫੈਸਲਾ ਆ ਗਿਆ। ਵਾਰ-ਵਾਰ ਤੁਸੀਂ ਚੋਣਾਂ ਦੇ ਵਿੱਚ ਵੀ ਦੇਖਿਆ ਹੋਣਾ, ਕਦੇ ਕਾਲੇ ਅੰਗਰੇਜ਼ਾਂ ਦੀ ਗੱਲ, ਕਦੇ ਗੋਰੇ ਅੰਗਰੇਜ਼ਾਂ ਦੀ ਗੱਲ। ਜਿਸ ਤਰੀਕੇ ਨਾਲ ਅੰਗਰੇਜ਼ ਸਿੰਬਲ ਬਣੇ ਹੋਏ ਆ ਸਾਡੇ ਤੇ ਗੁਲਾਮੀ ਕਰਨ ਦਾ, ਹਕੂਮਤ ਕਰਨ ਦਾ, ਲੋਕਾਂ ਨੂੰ ਦਬਾਉਣ ਦਾ, ਉਸੇ ਤਰੀਕੇ ਨਾਲ ਸ਼ਹੀਦ ਭਗਤ ਸਿੰਘ ਵੀ ਸਾਡੇ ਸੁਪਨਿਆਂ ਨੂੰ ਅੱਗੇ ਲਿਜਾਣ ਦਾ, ਸਾਨੂੰ ਆਜ਼ਾਦੀ ਦਿਵਾਉਣ ਦਾ, ਨੌਜਵਾਨਾਂ ਦੀ ਤਰਜਮਾਨੀ ਕਰਨ ਦਾ, ਨਵੇਂ ਵਿਚਾਰਾਂ ਨੂੰ ਆਮ ਲੋਕਾਂ ਤੱਕ ਲਿਜਾਣ ਦਾ ਇੱਕ ਸਿੰਬਲ ਬਣਿਆ ਹੋਇਆ ਹੈ। ਇਸ ਕਰਕੇ ਮੈਂ ਇਹ ਆਪਣੇ ਵਿਚਾਰ ਹੈ ਜਿਹੜੇ ਉਹ ਲਿਖਤ ਰੂਪ ਦੇ ਵਿੱਚ ਲੈ ਕੇ ਆਉਂਦੇ ਜੀ। ਪਰ ਜਦੋਂ ਸਿਆਸਤਦਾਨ ਸ਼ਹੀਦ ਭਗਤ ਸਿੰਘ ਦੀ ਗੱਲ ਕਰਦਾ ਹੈ, ਰਾਜਗੁਰੂ ਤੇ ਸੁਖਦੇਵ, ਕੀ ਕਿਸੇ ਧਰਮ ਆਧਾਰਿਤ ਜਾਂ ਜਾਤੀ ਆਧਾਰਿਤ ਉਹਨਾਂ ਨੂੰ ਪਾਸੇ ਰੱਖਿਆ ਜਾਂਦਾ? ਕਿਉਂਕਿ ਉਹਨਾਂ ਦੇ ਪਰਿਵਾਰਾਂ 'ਚ ਵੀ ਮੈਂ ਨਾਰਾਜ਼ਗੀ ਦੇਖਣ ਨੂੰ ਮਿਲੀ। ਉਹ ਕਹਿੰਦੇ ਕਿ ਸਾਡੇ ਵਾਲਿਆਂ ਨੇ ਵੀ ਸ਼ਹੀਦੀਆਂ ਪਾਈਆਂ, ਉਹਨਾਂ ਦੇ ਵੀ ਜਿਹੜੇ ਸੁਪਨੇ ਸੀਗੇ ਉਹ ਵੀ ਨਾਲ ਸ਼ਹੀਦ ਹੋਏ ਨੇ। ਹੋਰ ਵੀ ਹੈ ਤਾਂ ਕਿ ਨੌਜਵਾਨਾਂ ਨੂੰ ਉਹਨਾਂ ਬਾਰੇ ਵੀ ਪਤਾ ਲੱਗੇ। ਸ਼ਹੀਦ ਭਗਤ ਸਿੰਘ ਸਿਆਸਤ ਬਾਰੇ ਕੀ ਸੋਚਦੇ ਸੀਗੇ? ਦੇਖੋ, ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਬਹੁਤ ਵਾਰੀ ਦੇਸ਼ ਦੀ ਆਜ਼ਾਦੀ ਦੇ ਵਿੱਚ ਜੇ ਅਸੀਂ ਉਸ ਰੈਫਰੈਂਸ 'ਚ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਸ਼ਹੀਦ ਹੋਏ। ਉਹਨਾਂ ਸ਼ਹੀਦ ਹੋਇਆਂ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਬੜੀ ਵੱਡੀ ਕੁਰਬਾਨੀ ਹੈ। ਮੰਨਿਆ ਜਾਵੇ ਤਾਂ ਸਾਰਿਆਂ ਦੀ ਬਰਾਬਰ ਦੀ ਕੁਰਬਾਨੀ ਹੈ। ਇੱਕ ਪਾਸੇ ਸਾਡੇ ਕੋਲੇ ਸੁਭਾਸ਼ ਚੰਦਰ ਬੋਸ ਵਰਗੇ ਲੋਕ ਸੀ, ਦੂਸਰੇ ਪਾਸੇ ਹੋਰ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੇ ਵੱਖ-ਵੱਖ ਗਦਰਾਂ ਦੇ ਵਿੱਚ ਵੱਖ-ਵੱਖ ਕਿਸਮ ਦੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਵੱਖ-ਵੱਖ ਮੁੱਦਿਆਂ ਨੂੰ ਉਹ ਉਠਾਉਂਦੇ ਰਹੇ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕੀ ਕਾਰਨ ਹੈ ਕਿ ਸਾਰੀ ਸ਼ਹਾਦਤ ਜਾਂ ਸਾਰਾ ਜਿਹੜਾ ਮੁੱਲ ਹੈ ਆਜ਼ਾਦੀ ਦਾ, ਉਸ ਦਾ ਹੀਰੋ ਮਹਾਤਮਾ ਗਾਂਧੀ ਨੂੰ ਬਣਾ ਕੇ ਪੇਸ਼ ਕਰਦੇ ਹੋਏ ਉਹਨਾਂ ਦੀ ਨੋਟਾਂ ਤੇ ਤਸਵੀਰ ਲਾਈ, ਜਿਹਦੇ ਉੱਪਰ ਅਕਸਰ ਚਰਚਾ ਹੁੰਦੀ ਹੈ, ਤਾਂ ਕਈ ਵਾਰੀ ਕਿਸੇ ਵਿਸ਼ੇਸ਼ ਵਿਅਕਤੀ ਦੇ ਵਿਚਾਰਾਂ ਤੇ ਫੋਕਸ ਹੋ ਜਾਂਦਾ ਹੈ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਜਾਤੀ ਕਰਕੇ, ਕਿਸੇ ਇਸ ਕਿਸਮ ਦੀ ਭਾਵਨਾ ਕਰਕੇ ਉਹਨੂੰ ਅੱਗੇ ਲਿਜਾਇਆ ਜਾ ਰਿਹਾ ਹੈ। ਕੁਝ ਵਿਅਕਤੀ ਐਸੇ ਹੁੰਦੇ ਆ ਜਿਨ੍ਹਾਂ ਦੇ ਉੱਪਰ ਲੋਕਾਂ ਦਾ ਇੱਕ ਕਿਸਮ ਨਾਲ ਆਪਾਂ ਕਹੀਏ ਕਿ ਉਹ ਕੇਂਦਰੀਕ੍ਰਿਤ ਹੋ ਜਾਂਦੇ ਆ ਉਸ ਗੱਲ ਲਈ। ਇਸੇ ਤਰੀਕੇ ਨਾਲ ਭਗਤ ਸਿੰਘ ਬਾਰੇ ਹੋਇਆ। ਭਗਤ ਸਿੰਘ ਦੇ ਹਾਲਾਂਕਿ ਨਾਲ ਦੇ ਸਾਥੀਆਂ ਦੀ ਕੋਈ ਛੋਟੀ ਕੁਰਬਾਨੀ
ਕੁਰਬਾਨੀ ਨਹੀਂ ਸੀ, ਪਰ ਫਿਰ ਵੀ ਇਹ ਹੋਇਆ ਕਿ ਉਹ ਇੱਕ ਵਿਸ਼ੇਸ਼ ਵਿਅਕਤੀ ਹੈ ਜਿਹੜਾ ਉੱਭਰ ਕੇ ਸਾਹਮਣੇ ਆ ਗਿਆ। ਇਹ ਸਿਰਫ ਇਹ ਨਹੀਂ ਕਿ ਸ਼ਹੀਦ ਭਗਤ ਸਿੰਘ ਵੇਲੇ ਹੋਇਆ, ਸ਼ਹੀਦ ਭਗਤ ਸਿੰਘ ਤੋਂ ਬਾਅਦ ਵੀ ਹੋਇਆ। ਜੇ ਅਸੀਂ ਵਰਤਮਾਨ ਸਰਕਾਰ ਦੀ ਗੱਲ ਕਰੀਏ ਤਾਂ ਜਿਹੜੀ ਮੂਵਮੈਂਟ ਸਾਡੇ ਚੱਲੀ ਕਰਪਸ਼ਨ ਦੇ ਅਗੇਂਸਟ, ਜਾਂ ਜਿਹਨੂੰ ਅੰਨਾ ਹਜ਼ਾਰੇ ਨੇ ਇੱਕ ਮੂਵਮੈਂਟ ਦਾ ਰੂਪ ਦਿੱਤਾ, ਉਸ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਲੋਕਾਂ ਦੀ ਬਹੁਤ ਵੱਡੀ ਸ਼ਮੂਲੀਅਤ ਸੀ, ਪਰ ਅੰਨਾ ਹਜ਼ਾਰੇ ਦਾ ਨਾਮ ਉੱਭਰ ਕੇ ਸਾਹਮਣੇ ਆਇਆ। ਅੰਨਾ ਹਜ਼ਾਰੇ ਤੋਂ ਬਾਅਦ ਉਸ ਮੂਵਮੈਂਟ ਦੇ ਵਿੱਚ ਦੂਸਰਾ ਵੱਡਾ ਵਿਅਕਤੀ ਉੱਭਰ ਕੇ ਸਾਡੇ ਸਾਹਮਣੇ ਆਇਆ, ਉਹ ਅਰਵਿੰਦ ਕੇਜਰੀਵਾਲ ਹੈ। ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਲਈ ਬਹੁਤ ਸਾਰੇ ਲੋਕ ਹੈ ਜਿਹੜੇ ਉਹਨਾਂ ਨੇ ਉੱਭਰਵੇਂ ਰੂਪ ਦੇ ਵਿੱਚ ਕੰਮ ਕੀਤਾ ਹੋਊਗਾ, ਪਰ ਫਿਰ ਵੀ ਕੇਂਦਰੀ ਰੂਪ ਹੈ ਜਿਹੜਾ ਉਹ ਭਗਵੰਤ ਮਾਨ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਇਆ। ਮੇਰਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਕਿਸੇ ਦੀ ਕੁਰਬਾਨੀ ਹੁੰਦੀ ਹੈ, ਭਾਵੇਂ ਉਹ ਇਤਿਹਾਸ ਦੇ ਵਿੱਚ ਹੋਵੇ ਭਾਵੇਂ ਵਰਤਮਾਨ ਦੇ ਵਿੱਚ ਹੋਵੇ, ਜਦੋਂ ਅਸੀਂ ਦੇਖਦੇ ਹਾਂ ਤਾਂ ਕਈ ਵਾਰੀ ਕੋਈ ਖਾਸ ਕਾਰਨ ਨਹੀਂ ਹੁੰਦੇ, ਉਹਦੇ ਪਿੱਛੇ ਇਹ ਨਹੀਂ ਹੁੰਦਾ ਕਿ ਉਹ ਵਿਅਕਤੀ ਕਿਸੇ ਵਿਸ਼ੇਸ਼ ਜਾਤੀ ਜਾਂ ਧਰਮ ਦਾ ਹੈ, ਉਹ ਬਾਈ ਚਾਂਸ ਇਹ ਹੁੰਦਾ ਕਿ ਕਿਸੇ ਨਾ ਕਿਸੇ ਨੂੰ ਕੇਂਦਰ ਮੰਨ ਕੇ ਗੱਲ ਅੱਗੇ ਜਿਹੜੀ ਤੁਰਦੀ ਹੈ। ਦੂਸਰੀ ਗੱਲ ਇਹ ਹੈ ਕਿ ਮੈਨੂੰ ਇਹ ਲੱਗਦਾ ਕਿ ਸ਼ਹੀਦ ਭਗਤ ਸਿੰਘ ਦੀਆਂ ਜਿਹੜੀਆਂ ਲਿਖਤਾਂ ਹੈ, ਸ਼ਹੀਦ ਭਗਤ ਸਿੰਘ ਦੇ ਜਿਹੜੇ ਵਿਚਾਰ ਹੈ, ਉਹਨਾਂ ਨੂੰ ਸਾਂਭਿਆ ਗਿਆ, ਉਹਨਾਂ ਦੀਆਂ ਚਿੱਠੀਆਂ, ਉਹਨਾਂ ਦੇ ਵੱਖ-ਵੱਖ ਰਸਾਲਿਆਂ, ਮੈਗਜ਼ੀਨਾਂ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਤੇ ਸੈਮੀਨਾਰ ਹੋਏ। ਸ਼ਾਇਦ ਇਸੇ ਕਰਕੇ ਜਿਸ ਵਿਅਕਤੀ ਦੇ ਵਿਚਾਰ ਉੱਭਰਵੇਂ ਰੂਪ ਦੇ ਵਿੱਚ ਸਾਹਮਣੇ ਆਉਂਦੇ ਹੈ, ਉਸ ਦੀ ਪਬਲਿਕ ਮੈਮਰੀ ਦੇ ਵਿੱਚ ਥਾਂ ਜਿਹੜੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ। ਸ਼ਾਇਦ ਮਹਾਤਮਾ ਗਾਂਧੀ ਦਾ ਵੀ ਲੰਬੇ ਸਮੇਂ ਤੱਕ ਲੋਕਾਂ ਦੇ ਮਨਾਂ ਵਿੱਚ ਬਣੇ ਰਹਿਣ ਦੇ ਪਿੱਛੇ ਕਾਰਨ ਇਹੀ ਹੈ ਕਿ ਉਹਨਾਂ ਦੀਆਂ ਲਿਖਤਾਂ ਲੰਮੇ ਸਮੇਂ ਤੱਕ ਅਸਰ ਰੱਖਦੀਆਂ ਰਹੀਆਂ। ਇਸੇ ਤਰੀਕੇ ਨਾਲ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵੀ ਲੰਮੇ ਸਮੇਂ ਤੱਕ ਲੋਕਾਂ ਦੇ ਉੱਪਰ ਅਸਰ ਰੱਖਦੀਆਂ ਗਈਆਂ। ਜੇ ਮੈਂ ਸਿੱਖਜ਼ਮ ਦੇ ਵਿੱਚ ਵੀ ਗੱਲ ਕਰਾਂ ਤਾਂ ਜਿਹੜੇ ਸਿੱਖ ਧਰਮ ਨੂੰ, ਸਿੱਖ ਵਿਸ਼ਵਾਸ ਨੂੰ ਮੰਨਣ ਵਾਲੇ ਲੋਕ ਹੈ, ਉਹ ਉਹਨਾਂ ਗੁਰੂ ਸਾਹਿਬਾਨ ਬਾਰੇ ਥੋੜਾ ਬਾਕੀ ਗੁਰੂ ਸਾਹਿਬਾਨ ਦੇ ਮੁਕਾਬਲਤਨ ਵੱਧ ਜਾਣਦੇ ਆ ਜਿਨ੍ਹਾਂ ਦੀਆਂ ਲਿਖਤਾਂ ਸਾਡੇ ਤੱਕ ਪਹੁੰਚੀਆਂ। ਇਸ ਕਰਕੇ ਲਿਖਿਆ ਹੋਇਆ ਵਿਚਾਰ ਇਤਿਹਾਸ ਨੂੰ ਸਾਡੇ ਜ਼ਿਹਨ ਤੱਕ ਲੈ ਕੇ ਜਾਂਦਾ ਹੈ ਤੇ ਸਾਡੇ ਜ਼ਿਹਨ ਦੇ ਵਿੱਚ ਉਸ ਵਿਅਕਤੀ ਦੀ ਤਸਵੀਰ ਬਣ ਜਾਂਦੀ ਹੈ। ਮੇਰਾ ਖਿਆਲ ਹੈ ਸ਼ਹੀਦ ਭਗਤ ਸਿੰਘ ਨੂੰ ਵੀ ਅਸੀਂ ਇਸੇ ਰੂਪ ਦੇ ਵਿੱਚ ਅਗਾਂਹ ਵਧੂ ਉੱਭਰਵੇਂ ਰੂਪ ਦੇ ਵਿੱਚ ਲੋਕਾਂ ਦੀ ਚੇਤਨਾ ਦਾ ਵੱਡੀ ਪੱਧਰ ਦੇ ਵਿੱਚ ਹਿੱਸਾ ਬਣਿਆ ਹੋਇਆ ਦੇਖ ਸਕਦੇ ਹਾਂ। ਪਰ ਇਹ ਵੀ ਤਾਂ ਸਵਾਲ ਪੈਦਾ ਹੁੰਦਾ ਨਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਿਆਸਤਦਾਨ ਕਿੱਦਾਂ ਵਰਤ ਰਹੇ ਨੇ, ਕਿਉਂਕਿ ਲੋਕਾਂ ਨੂੰ ਤਾਂ ਸ਼ਹੀਦ ਭਗਤ ਸਿੰਘ ਉਹ ਜਦੋਂ ਤਸਵੀਰ ਦੇਖਦੇ ਨੇ ਉਸ ਤਰੀਕੇ ਨਾਲ ਕ੍ਰਾਂਤੀਕਾਰੀ, ਇਨਕਲਾਬ ਦੇ ਨਾਅਰੇ ਭਾਵੇਂ ਆਮ ਆਦਮੀ ਪਾਰਟੀ ਲਾਈ ਜਾਏ, ਪਰ ਇਹਨਾਂ ਨੇ ਆਪਣੇ ਤਰੀਕੇ ਨਾਲ ਉਹਨੂੰ ਵਰਤਣਾ। ਹਾਲਾਂਕਿ ਇਹਦੇ ਬਾਰੇ ਲੋਕਾਂ ਨੂੰ ਕੀ ਪਤਾ, ਲੋਕਾਂ ਨੂੰ ਸ਼ਹੀਦ ਭਗਤ ਸਿੰਘ ਬਾਰੇ ਕੀ ਪਤਾ ਹੈ ਕਿ ਉਹ ਕੀ ਸੋਚਦੇ ਸੀ ਕਿ ਕਿਸ ਤਰ੍ਹਾਂ ਦੀ ਜਿਹੜੀ ਸਥਾਪਤੀ ਹੋਵੇ, ਕਿਸ ਤਰ੍ਹਾਂ ਦਾ ਰਾਜ ਹੋਣਾ ਚਾਹੀਦਾ। ਇਹਦੇ ਵਿੱਚ ਇੱਕ ਹੋਰ ਗੱਲ ਹੈ ਕਿ ਆਮ ਆਦਮੀ ਪਾਰਟੀ ਤੇ ਸ਼ੇਰੇ ਪੰਜਾਬ ਦੀ ਵੀ ਗੱਲ ਹੁੰਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਸ ਤਰ੍ਹਾਂ ਦਾ ਸੀ, ਉਹ ਕੀ ਸੋਚਦੇ ਸੀ। ਸ਼ਹੀਦ ਭਗਤ ਸਿੰਘ ਦੇ ਰਾਜ ਦੀਆਂ ਗੱਲਾਂ ਜਦੋਂ ਇਹ ਕਰਦੇ ਨੇ, ਇਹਦੇ ਜ਼ਰੀਏ ਇਹ ਕਿਤੇ ਰਾਸ਼ਟਰਵਾਦ ਦੀ ਕੋਈ ਗੱਲ ਉਸ ਨੂੰ ਤਾਂ ਨਹੀਂ ਉਭਾਰਨਾ ਚਾਹੁੰਦੇ, ਉਸ ਨੂੰ ਅੱਗੇ ਲਿਆ ਕੇ ਰੱਖਣਾ ਚਾਹੁੰਦੇ ਨੇ। ਦੇਖੋ, ਜਦੋਂ ਕਿਸੇ ਵੀ ਇਤਿਹਾਸਕ ਤੱਥ ਨੂੰ ਚੱਕਿਆ ਜਾਂਦਾ ਹੈ ਨਾ, ਤਾਂ ਉਸ ਨੂੰ ਹਰ ਵਿਅਕਤੀ ਆਪਣੇ ਸਮੇਂ ਦੀ, ਆਪਣੀ ਵਿਚਾਰਧਾਰਾ ਦੀ ਜਾਂ ਆਪਣੀ ਜ਼ਰੂਰਤ ਅਨੁਸਾਰ ਲੈ ਕੇ ਚੱਲਦਾ ਹੈ। ਇੱਕ ਹਿਸਟੋਰੀਅਨ ਹੋਇਆ ਜਿਸ ਦਾ ਨਾਮ E.H. ਕਾਰ ਹੈ, ਉਸ ਦੀ ਪੁਸਤਕ ਹੈ ਵਟ ਇਜ਼ ਹਿਸਟਰੀ। ਉਹਦਾ ਪੰਜਾਬੀ ਯੂਨੀਵਰਸਿਟੀ ਨੇ ਅਨੁਵਾਦ ਕਰਕੇ ਇਤਿਹਾਸ ਕੀ ਹੈ ਇਸ ਰੂਪ ਦੇ ਵਿੱਚ ਉਹਨੂੰ ਗੁਰਮੁਖੀ ਦੇ ਵਿੱਚ ਵੀ ਛਾਪਿਆ। ਉਸ ਪੁਸਤਕ ਦੇ ਵਿੱਚ ਉਹ ਕਹਿੰਦੇ ਆ ਕਿ ਜਿਹੜਾ ਤੱਥ ਹੈ ਉਹ ਆਪਣੇ ਆਪ ਦੇ ਵਿੱਚ ਨਿਰਮੂਲ ਹੁੰਦਾ ਹੈ, ਭਾਵੇਂ ਉਹ ਇਤਿਹਾਸਕ ਤੱਥ ਹੋਵੇ। ਉਸ ਤੱਥ ਨੂੰ ਦੁਬਾਰਾ ਜਿਉਂਦਾ ਕਰਕੇ ਲੋਕਾਂ ਦੇ ਸਾਹਮਣੇ ਹਰ ਸਮੇਂ ਦਾ ਵਿਅਕਤੀ ਆਪਣੀ ਜ਼ਰੂਰਤ ਅਨੁਸਾਰ, ਆਪਣੀ ਲੋੜ ਅਨੁਸਾਰ, ਆਪਣੀ ਵਰਤੋਂ ਅਨੁਸਾਰ ਸਾਹਮਣੇ ਰੱਖਦਾ ਹੈ। ਤੁਸੀਂ ਦੇਖਿਆ ਹੋਣਾ ਜੇ ਗੁਜਰਾਤ ਦੇ ਵਿੱਚ ਪਟੇਲ ਦੀ ਏਡੀ ਵੱਡੀ ਮੂਰਤੀ ਲੱਗੀ, ਕੀ ਪਹਿਲਾਂ ਕਦੇ ਯਾਦ ਨਹੀਂ ਆਏ? ਉਸ ਸਮੇਂ ਦੀ ਗੁਜਰਾਤ ਦੀ ਰਾਜਨੀਤੀ ਨੂੰ ਉਹ ਤੱਥ ਹੈ ਜਿਹੜਾ ਉਹ ਸੂਟ ਕਰਦਾ ਸੀ, ਉਹਨਾਂ ਦੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਕਰਦਾ ਸੀ, ਉਸ ਨੂੰ ਉਸ ਰੂਪ ਦੇ ਵਿੱਚ ਉੱਭੜਵੇਂ ਰੂਪ ਦੇ ਵਿੱਚ ਸਾਹਮਣੇ ਲਿਆਂਦਾ। ਜਿੱਥੋਂ ਤੱਕ ਰੱਖੀ ਗੱਲ ਰਾਸ਼ਟਰਵਾਦ ਦੀ, ਰਾਸ਼ਟਰਵਾਦ ਬੜੀ ਸਬਜੈਕਟਿਵ ਜਾਂ ਹਰ ਵਿਅਕਤੀ ਦੀ ਆਪੋ ਆਪਣੀ ਕਿਸਮ ਦੀ ਪਰਿਭਾਸ਼ਾ ਹੈ। ਕੌਮ ਤੇ ਰਾਸ਼ਟਰ ਨੂੰ ਜਦੋਂ ਅਸੀਂ ਪਰਿਭਾਸ਼ਿਤ ਕਰਦੇ ਹਾਂ, ਇਹ ਦੋਨੇ ਬਹੁਤ ਹੀ ਗੁੰਝਲਦਾਰ ਤੇ ਬੜੇ ਹੀ ਮਹੱਤਵਪੂਰਨ ਮਸਲੇ ਹੈ। ਜਦੋਂ ਰਾਸ਼ਟਰਵਾਦ ਨੂੰ ਅਸੀਂ ਦਿੱਲੀ ਦੇ ਦਰਬਾਰ ਦੇ ਵਿੱਚੋਂ ਸੁਣਦੇ ਹਾਂ ਤਾਂ ਅੱਜ ਦੀ ਮਿਤੀ ਦੇ ਵਿੱਚ ਰਾਸ਼ਟਰਵਾਦ ਤੋਂ ਮਤਲਬ ਹਿੰਦੂ ਰਾਸ਼ਟਰਵਾਦ ਹੋ ਜਾਂਦਾ ਹੈ। ਇਸ ਨੂੰ ਅਸੀਂ ਮੰਨੀਏ ਜਾਂ ਨਾ ਮੰਨੀਏ। ਜਦੋਂ ਅਸੀਂ ਸ਼ਹੀਦ ਭਗਤ ਸਿੰਘ ਦੇ ਰਾਸ਼ਟਰਵਾਦ ਦੀ ਗੱਲ ਕਰਦੇ ਹਾਂ ਤਾਂ ਸ਼ਹੀਦ ਭਗਤ ਸਿੰਘ ਦਾ ਰਾਸ਼ਟਰਵਾਦ ਜਿਸ ਨੂੰ ਲੈ ਕੇ ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀ ਸੰਘਰਸ਼ ਕਰਦੇ ਆ, ਉਹ ਰਾਸ਼ਟਰਵਾਦ ਨਹੀਂ ਜੋ ਦਿੱਲੀ ਦਾ ਰਾਸ਼ਟਰਵਾਦ ਹੈ। ਇਸ ਰਾਸ਼ਟਰਵਾਦ ਦੇ ਅਰਥ
ਇੰਪੀਰੀਅਲਿਜ਼ਮ ਦੇ ਖਿਲਾਫ ਆਮ ਜਨਤਾ ਦਾ ਹਥਿਆਰਬੰਦ ਵਿਦਰੋਹ ਬਣ ਕੇ ਸਾਹਮਣੇ ਆਉਂਦਾ ਹੈ। ਇਸੇ ਕਰਕੇ ਦਿੱਲੀ ਦਾ ਰਾਸ਼ਟਰਵਾਦ ਤੇ ਸ਼ਹੀਦ ਭਗਤ ਸਿੰਘ ਦਾ ਰਾਸ਼ਟਰਵਾਦ ਦੋ ਵੱਖਰੇ ਵੱਖਰੇ ਹੈ। ਇਹ ਵੱਖਰੀ ਗੱਲ ਹੈ ਕਿ ਹਰ ਸਮੇਂ ਦਾ ਹਾਕਮ ਰਾਸ਼ਟਰਵਾਦ ਨੂੰ ਆਪਣੇ ਅਰਥਾਂ ਵਿੱਚ ਲੈਂਦਾ ਹੈ, ਆਪਣੇ ਅਰਥਾਂ ਵਿੱਚ ਉਸ ਨੂੰ ਜਾਣਨ ਦੀ, ਸਮਝਣ ਦੀ, ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਸ਼ਹੀਦ ਭਗਤ ਸਿੰਘ ਦੇ ਸਮੇਂ ਦੇ ਜਿਹੜੇ ਕਵੀ ਹੈ, ਜਦੋਂ ਉਹ ਲਿਖਦੇ ਰਹੇ ਹੈ ਦੇਸ਼ ਦੀ ਆਜ਼ਾਦੀ ਮਿਲਣ ਤੋਂ ਬਾਅਦ ਕੀ ਉਹ ਆਜ਼ਾਦੀ ਮਿਲੀ ਜਿਸ ਦੀ ਤਵੱਕੋ ਸ਼ਹੀਦ ਭਗਤ ਸਿੰਘ ਹੋਣਾ ਨੇ ਆਪਣੇ ਮਨ ਦੇ ਵਿੱਚ ਤਸੱਵਰ ਕਰੀ ਸੀ? ਤਾਂ ਉਹ ਲੇਖਕ ਦੀਆਂ ਇੱਕ ਲਾਈਨ ਹੈ ਕਿ ਆਈ ਨਹੀਂ ਪੂਰਨ ਆਜ਼ਾਦੀ ਹਜੇ ਹਿੰਦ ਅੰਦਰ, ਹੈ ਹੋਰ ਵੀ ਸਿਰਾਂ ਨੂੰ ਬੀਜਣ ਦੀ ਲੋੜ ਇੱਥੇ। ਕਹਿਣ ਤੋਂ ਮਤਲਬ ਇਹ ਹੈ ਕਿ ਜਿਹੜੀ ਆਜ਼ਾਦੀ ਉਹ ਮੰਨ ਕੇ ਚੱਲੇ ਸੀ, ਜਿਸ ਕਿਸਮ ਦੀ ਆਜ਼ਾਦੀ ਨੂੰ ਉਹ ਮੰਨ ਰਹੇ ਸੀ ਕਿ ਆਉਣੀ ਚਾਹੀਦੀ ਹੈ, ਜਿਸ ਕਿਸਮ ਦੀ ਰੌਸ਼ਨੀ ਉਹਨਾਂ ਦੇ ਮਨ ਦੇ ਵਿੱਚ ਸੀ ਕਿ ਆਜ਼ਾਦ ਹਿੰਦੁਸਤਾਨ ਦੇ ਵਿੱਚ ਆਊਗੀ, ਸ਼ਾਇਦ ਉਹ ਨਹੀਂ ਆਈ, ਇਸ ਦਾ ਉਹਨਾਂ ਨੂੰ ਵੀ ਪਤਾ ਸੀ। ਇਸ ਲਈ ਉਹ ਸੰਘਰਸ਼ ਲਗਾਤਾਰ ਚੱਲਦਾ ਰਹਿੰਦਾ ਹੈ। ਜਿੱਥੋਂ ਤੱਕ ਰਾਜਨੀਤਿਕ ਪਾਰਟੀਆਂ ਦੀਆਂ ਗੱਲਾਂ ਅਸੀਂ ਕਰਦੇ ਹਾਂ, ਹੁਣ ਕੋਈ ਇਹ ਸਿੰਬਲ ਦੇ ਤੌਰ ਤੇ ਸ਼ਹੀਦ ਭਗਤ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਪਹਿਲੀ ਵਾਰੀ ਨਹੀਂ ਲਿਆ। ਜੇ ਅਸੀਂ ਰੀਸੈਂਟ ਪਾਸਟ ਦੀ ਗੱਲ ਕਰੀਏ, ਜਿਹਦੇ ਸਰਦਾਰ ਭਗਵੰਤ ਸਿੰਘ ਮਾਨ ਵੀ ਹਿੱਸਾ ਸੀ, ਮਨਪ੍ਰੀਤ ਬਾਦਲ ਨੇ ਅਲੱਗ ਗੁੱਟ ਬਣਾਇਆ ਪੰਜਾਬ ਦੇ ਵਿੱਚ, ਉਹਨਾਂ ਨੇ ਵੀ ਜਾ ਕੇ ਉੱਥੋਂ ਮਿੱਟੀ ਲੈ ਕੇ ਆਂਦੀ, ਸਹੁੰ ਖਾਧੀ ਕਿ ਅਸੀਂ ਹੁਣ ਆਮ ਲੋਕਾਂ ਨੂੰ, ਆਮ ਲੋਕਾਂ ਲਈ, ਲੋਕਾਂ ਦੇ ਸੰਘਰਸ਼ ਨੂੰ, ਮੁੱਦਿਆਂ ਨੂੰ ਲੈ ਕੇ ਚੱਲਾਂਗੇ। ਜੇ ਉਹ ਉਸ ਗੱਲ ਦੇ ਵਿੱਚ ਸਫਲ ਨਹੀਂ ਹੋਏ ਤਾਂ ਅਸੀਂ ਜਾਣਦੇ ਹਾਂ ਕਿ ਲੋਕਾਂ ਨੇ ਆਪਣੀ ਚੇਤਨਾ ਦੇ ਵਿੱਚੋਂ ਉਹਨਾਂ ਨੂੰ ਪਾਸੇ ਕਰਤਾ। ਇਸੇ ਤਰੀਕੇ ਨਾਲ ਜਦੋਂ ਦੂਸਰੀ ਵਾਰੀ ਹੁਣ ਬਸੰਤੀ ਰੰਗ, ਸ਼ਹੀਦ ਭਗਤ ਸਿੰਘ ਦਾ ਪਿੰਡ ਖਟਕੜ ਕਲਾਂ, ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਲੈ ਕੇ ਚੱਲਦੇ ਹਾਂ, ਇਹਨਾਂ ਸਾਰੀਆਂ ਚੀਜ਼ਾਂ ਨੂੰ ਜ਼ਿਹਨ ਦੇ ਵਿੱਚ ਰੱਖ ਕੇ ਚੱਲਦੇ ਹਾਂ, ਤਾਂ ਲੋਕਾਂ ਦੀ ਵੀ ਤਵੱਕੋ ਹੁੰਦੀ ਹੈ ਕਿ ਜੇ ਇਹ ਵਿਅਕਤੀ ਉੱਥੇ ਜਾ ਕੇ ਆਇਆ ਹੈ ਤਾਂ ਇਸ ਤੋਂ ਇਸ ਕਿਸਮ ਦੇ ਵਿਚਾਰਾਂ ਦੀ ਆਸ ਕੀਤੀ ਜਾਂਦੀ ਹੈ। ਇਹ ਬਿਲਕੁਲ ਉਵੇਂ ਹੀ ਹੈ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਜਾਣ ਵਾਲੇ ਵਿਅਕਤੀ ਤੋਂ, ਜਿਸ ਨੂੰ ਅਸੀਂ ਗੁਰਮੁਖ ਆਖਦੇ ਹਾਂ, ਉਸ ਤੋਂ ਖਾਸ ਕਿਸਮ ਦੀ ਤਵੱਕੋ ਕਰਦੇ ਹਾਂ ਕਿ ਇਹਦਾ ਵਿਹਾਰ ਇਹੋ ਜਿਹਾ ਹੋਊ। ਜਿਹੜਾ ਵਿਅਕਤੀ ਹੱਜ ਕਰਕੇ ਆਉਂਦਾ ਉਸ ਤੋਂ ਇਸਲਾਮ ਵਾਲੇ ਲੋਕ ਤਵੱਕੋ ਕਰਦੇ ਆ ਕਿ ਇਹ ਹਾਜੀ ਹੈ, ਉਹਨੂੰ ਸਤਿਕਾਰ ਦਿੱਤਾ ਜਾਂਦਾ ਹੈ। ਇਸੇ ਤਰੀਕੇ ਨਾਲ ਜਿਹੜਾ ਤੀਰਥਾਂ ਤੇ ਜਾ ਕੇ ਆਉਂਦਾ ਹਿੰਦੂ ਧਰਮ ਵਾਲਾ ਵਿਅਕਤੀ, ਉਹਦੇ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਤੀਰਥਾਂ ਤੇ ਨਹਾਤਾ ਹੋਇਆ ਬੰਦਾ ਹੈ, ਇਹ ਘੁੰਮਿਆ ਹੋਇਆ, ਇਸ ਤੋਂ ਅਸੀਂ ਇਸ ਕਿਸਮ ਦੀ ਤਵੱਕੋ ਕਰੀਏ। ਇਸੇ ਲਈ ਅੱਜ ਅਸੀਂ ਸਰਕਾਰ ਤੋਂ ਜਿਹੜੀ ਨੇ ਉੱਥੋਂ ਇੱਕ ਪ੍ਰਤੀਕਾਤਮਕ ਤੌਰ ਤੇ ਆਪਣੀ ਸਹੁੰ ਚੱਕ ਕੇ ਲੋਕਾਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕਰੀ ਹੈ। ਉਹ ਤੋਂ ਪੰਜਾਬ ਉਹਦੇ ਵੱਲ ਉਸ ਆਸ ਦੀ ਨਿਗਾਹ ਨਾਲ ਦੇਖ ਰਿਹਾ ਹੈ ਕਿ ਇਹ ਪੰਜਾਬ ਲਈ ਜ਼ਰੂਰ ਕੁਝ ਐਸਾ ਕਰਨਗੇ ਜਿਹੜਾ ਪੰਜਾਬ ਦੇ ਲੋਕਾਂ ਨੂੰ, ਨੌਜਵਾਨਾਂ ਨੂੰ ਕੁਝ ਨਾ ਕੁਝ ਚਾਨਣ ਮਨਾਰਾ ਦਿਖਾਊਗਾ, ਪੰਜਾਬ ਨੂੰ ਅੱਗੇ ਲੈ ਕੇ ਜਾਊਗਾ। ਇੱਕ ਇਹਦੀ ਐਗਜ਼ਾਮਪਲ ਮੈਂ ਦੇਣੀ ਚਾਹੁੰਦਾ, ਅਜੇ ਸ਼ੁਰੂਆਤ ਹੈ, ਅੱਗੇ ਬਹੁਤ ਫੈਸਲੇ ਲੈਣੇ ਆ ਜਿਨ੍ਹਾਂ ਨੇ ਉਹ ਕਿਸ ਰਾਹ ਤੇ ਚੱਲ ਰਹੇ ਆ ਇਹਦਾ ਫੈਸਲਾ ਕਰਨਾ ਹੈ। ਪਰ ਪਹਿਲਾ ਫੈਸਲਾ ਪਹਿਲੀ ਇਹਨਾਂ ਦੀ ਵਿਧਾਨ ਸਭਾ ਦਾ ਮੁਬਾਰਕ ਹੈ, ਜਿਹਦੇ ਵਿੱਚ ਇਹਨਾਂ ਨੇ 25,000 ਨੌਕਰੀਆਂ ਐਲਾਨ ਕੀਤੀਆਂ। ਇਸ ਦੀ ਇੰਪਲੀਮੈਂਟੇਸ਼ਨ ਕਿਵੇਂ ਹੋਊਗੀ, ਲੋਕ ਇਸ ਨੂੰ ਕਿਵੇਂ ਲੈਂਦੇ ਆ, ਇਹ ਸਾਰੀਆਂ ਲੋਕਾਂ ਦੇ ਵਿੱਚ ਕਿਵੇਂ ਜਾਣਗੀਆਂ, ਇਹ ਆਪਣੇ ਆਪ ਦੇ ਵਿੱਚ ਮੁਬਾਰਕ ਫੈਸਲਾ ਹੈ, ਭਾਵੇਂ ਬਹੁਤ ਛੋਟਾ ਹੈ। ਅਸੀਂ ਜਾਣਦੇ ਹਾਂ ਕਿ ਪੰਜਾਬ ਦੇ 10-12,000 ਪਿੰਡ ਹੈ ਤੇ 25,000 ਨੌਕਰੀਆਂ ਜਿਹੜੀਆਂ ਇੱਕ ਪਿੰਡ ਦੇ ਵਿੱਚ 2 ਆਉਂਦੀਆਂ, ਤੇ ਇਹ ਭਾਵੇਂ ਸ਼ੁਰੂਆਤ ਦੇ ਵਿੱਚ ਉੱਠਦੇ ਮੂੰਹ ਵਿੱਚ ਜੀਰਾ ਦੇਣ ਵਾਲੀ ਗੱਲ ਹੈ, ਪਰ ਮੈਨੂੰ ਇਹ ਲੱਗਦਾ ਕਿ ਇਹ ਚੰਗੀ ਸ਼ੁਰੂਆਤ ਹੈ। ਇਸ ਤਰੀਕੇ ਨਾਲ ਜੇ ਸ਼ੁਰੂਆਤ ਕਰਨਗੇ ਤਾਂ ਲੋਕਾਂ ਦੀ ਕਚਹਿਰੀ ਨੇ ਇਨਸਾਫ ਕਰਨਾ ਹੈ ਕਿ ਕਿਹੜੇ ਬੰਦਿਆਂ ਨੂੰ ਉਹਨਾਂ ਨੇ 2 ਸੀਟਾਂ ਤੇ ਬਿਠਾਉਣਾ ਹੈ, ਕਿਹੜੇ ਬੰਦਿਆਂ ਨੂੰ ਉਹਨਾਂ ਨੇ 90 ਤੋਂ ਉੱਪਰ ਲੈ ਕੇ ਜਾਣਾ ਹੈ। ਇਸ ਲਈ ਲੋਕ ਬੜੇ ਸਿਆਣਪ ਨਾਲ ਸਾਰਾ ਕੁਝ ਦੇਖਦੇ ਹੈ। ਜਿਨ੍ਹਾਂ ਨੇ ਵੱਡੇ ਵੱਡੇ ਮਹਿਲ ਬਣਾਏ, ਜਿਨ੍ਹਾਂ ਨੇ ਚੰਡੀਗੜ੍ਹ ਦੇ ਵਿੱਚ ਨਵੇਂ ਸੈਕਟਰ ਵਸਾਏ, ਆਪਣੀਆਂ ਕੋਠੀਆਂ ਪਾਈਆਂ, ਹੋਟਲ ਬਣਾਏ, ਟਰਾਂਸਪੋਰਟਾਂ ਚਲਾਈਆਂ, ਕੀ ਉਹਨਾਂ ਨੂੰ ਲੋਕਾਂ ਨੇ ਉਹਨਾਂ ਦੀ ਥਾਂ ਨਹੀਂ ਦਿਖਾਈ? ਇਸੇ ਕਰਕੇ ਹੁਣ ਇਹ ਮੰਨਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਆਮ ਲੋਕਾਂ ਦੇ ਵਿੱਚੋਂ ਵੱਖ-ਵੱਖ ਵਿਅਕਤੀ ਉੱਭਰ ਕੇ ਸਾਹਮਣੇ ਆਏ ਹੈ। ਇਹਨਾਂ ਨੂੰ ਲੋਕਾਂ ਨੇ ਪਾਸੇ ਕੀਤਾ ਹੈ। ਜਿਹੜੀ ਸੋਚ ਨੂੰ ਇਹ ਲੈ ਕੇ ਚੱਲਣਗੇ, ਲੋਕ ਉਹਨੂੰ ਹਾਂ ਪੱਖੀ ਹੰਗਾਰਾ ਦੇਣਗੇ, ਕਿਉਂਕਿ ਸਾਰੇ ਲੋਕ ਬਹੁਤ ਸਿਆਣੇ ਹੁੰਦੇ ਆ ਤੇ ਪਬਲਿਕ ਦੀ ਸਿਆਣਪ ਹੈ ਜਿਹੜੀ ਉਹ ਤੁਹਾਡੇ ਝੂਠ ਤੇ ਸੱਚ ਨੂੰ ਚੰਗੀ ਤਰ੍ਹਾਂ ਪਹਿਚਾਣ ਲੈਂਦੀ ਹੈ। ਕਿਉਂਕਿ ਸਾਡੀ ਚਰਚਾ ਜਿਹੜੀ ਹੈ ਉਹ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਆਲੇ ਦੁਆਲੇ ਘੁੰਮਦੀ ਆ। ਉਹ ਕੀ ਕਹਿੰਦੇ ਸੀ ਜਦੋਂ ਪ੍ਰੋਫੈਸਰ ਸਾਹਿਬ ਗੱਲ ਹੁਕਮਰਾਨ ਤੇ ਤਾਨਾਸ਼ਾਹ ਦੀ ਹੁੰਦੀ ਆ ਜੀ, ਜਦੋਂ ਗੱਲ ਹੁੰਦੀ ਆ ਕਿ ਸੂਬਿਆਂ ਦੇ ਅਧਿਕਾਰ ਤੇ ਕੇਂਦਰੀ ਲੀਡਰਸ਼ਿਪ, ਸੰਘੀ ਢਾਂਚੇ ਦੀ, ਫੈਡਰਲਿਜ਼ਮ ਦੀ ਗੱਲ ਹੁੰਦੀ ਆ, ਤਾਂ ਪਿੱਛੇ ਜੇ ਮੈਂ ਕਿਸੇ ਦੀ ਇੰਟਰਵਿਊ ਸੁਣ ਰਿਹਾ ਸੀ, ਕੋਈ ਵੱਡੇ ਸੀਨੀਅਰ ਪੱਤਰਕਾਰ ਨੇ, ਉਹ ਕਹਿੰਦੇ ਕਿ ਕੇਜਰੀਵਾਲ ਸਾਹਿਬ ਮੋਦੀ ਤੋਂ ਵੀ ਵੱਡੇ ਤਾਨਾਸ਼ਾਹ ਸਾਬਤ ਹੋਣਗੇ ਜਦੋਂ ਇਸ ਤਰ੍ਹਾਂ ਦੇ ਇਲਜ਼ਾਮ ਉੱਠਦੇ ਨੇ। ਪਰ ਫਿਰ ਉੱਥੇ ਭਗਤ ਸਿੰਘ ਦੀ ਵਿਚਾਰਧਾਰਾ ਕੀ ਕਹਿੰਦੀ ਆ। ਦੂਜੀ ਗੱਲ, ਜਦੋਂ ਮੈਂ ਕਿਹਾ ਕਿ ਕੇਂਦਰੀ ਲੀਡਰਸ਼ਿਪ, ਅਰਵਿੰਦ ਕੇਜਰੀਵਾਲ ਹੋਣੀ
ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਲੈ ਰਹੇ ਨੇ ਜਾਂ ਕਹਿ ਲਓ ਕਿ ਕਲਾਸ ਲਗਾ ਰਹੇ ਨੇ, ਉਹਨਾਂ ਨੂੰ ਕੀ ਦੱਸਣਗੇ ਕੀ ਨਹੀਂ ਦੱਸਣਗੇ ਉਹਨਾਂ ਦਾ ਮੈਟਰ ਆ। ਪਰ ਜਦੋਂ ਗੱਲ ਪੰਜਾਬ ਦੀ ਆਉਂਦੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਉਹ ਲੋਕ ਜਿਨ੍ਹਾਂ ਨੂੰ ਅੱਗੇ ਕੀਤਾ ਹੋਇਆ, ਜਿਹੜੇ ਪੰਜਾਬ ਪ੍ਰਤੀ ਸਮਰਪਿਤ ਨੇ, ਪੰਜਾਬ ਬਾਰੇ ਸੋਚਦੇ ਨੇ, ਭਗਵੰਤ ਸਿੰਘ ਮਾਨ ਵਰਗੇ, ਤੇ ਇੱਕ ਪਾਸੇ ਅਰਵਿੰਦ ਕੇਜਰੀਵਾਲ ਜਿਨ੍ਹਾਂ ਦੀ ਜਿਹੜੀ ਸਿਆਸਤ ਹੈ ਉਹ ਕੇਂਦਰ ਦੀ ਸਿਆਸਤ ਦੇ ਅਨੁਕੂਲ ਰਹਿੰਦੀ ਹੈ ਕਿ ਉਹ ਉਸ ਪਾਸੇ ਵੱਲ ਨੂੰ ਜਾਣਗੇ, ਜਿਵੇਂ ਉਹ ਆਪ ਹੀ ਕਹਿੰਦੇ ਨੇ ਕਿ 2024 ਦੇ ਵਿੱਚ ਸਾਡਾ ਨਿਸ਼ਾਨਾ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਹੈ। ਬਿਲਕੁਲ ਠੀਕ ਹੈ। ਜਦੋਂ ਕੋਈ ਵਿਅਕਤੀ ਰਾਜਨੀਤੀ ਕਰਦਾ ਹੈ, ਖਾਸ ਤੌਰ ਤੇ ਰਾਸ਼ਟਰੀ ਪੱਧਰ ਦੀ ਰਾਜਨੀਤੀ ਕਰਦਾ ਹੈ, ਤਾਂ ਕੁਦਰਤੀ ਤੌਰ ਤੇ ਉਹਦਾ ਇੱਕ ਨਿਸ਼ਾਨਾ ਵੀ ਹੁੰਦਾ ਹੈ। ਦੂਸਰੀ ਗੱਲ ਹੈ ਕਿ ਇੱਕ ਵਿਅਕਤੀ ਕਿਵੇਂ ਸੋਚਦਾ ਹੈ, ਉਹਦੀ ਸੋਚ ਸਮਾਜ ਦੇ ਵਿੱਚ ਕਿਸ ਰੂਪ ਦੇ ਵਿੱਚ ਜਾਣੀ ਹੈ, ਇਹ ਸਿਰਫ ਇੱਕ ਵਿਅਕਤੀ ਦੀ ਸੋਚ ਤੇ ਨਿਰਭਰ ਨਹੀਂ ਕਰਦਾ। ਇਹ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਥੱਲੇ ਜ਼ਮੀਨ ਕੈਸੀ ਹੈ ਜਿਸ ਦੇ ਵਿੱਚ ਉਸਨੇ ਆਪਣੇ ਵਿਚਾਰਾਂ ਦੀ ਫਸਲ ਦੀ ਬਿਜਾਈ ਕਰਨੀ ਹੈ। ਜੇ ਇੱਕ ਵਿਅਕਤੀ ਕਹੇ ਕਿ ਮੇਰੇ ਕੋਲੇ ਇਹ ਫਸਲ ਹੈ ਜਿਹੜੀ ਬਰਫ਼ ਵਾਲੇ ਇਲਾਕਿਆਂ ਵਿੱਚ ਉੱਗ ਸਕਦੀ ਹੈ, ਮੈਂ ਕੇਸਰ ਦੀ ਖੇਤੀ ਪੰਜਾਬ 'ਚ ਕਰਨੀ ਹੈ, ਤਾਂ ਨਹੀਂ ਹੋ ਸਕਦੀ। ਇਸੇ ਤਰੀਕੇ ਨਾਲ ਜੇ ਕੇਜਰੀਵਾਲ ਸਾਹਿਬ ਆਪਣੀ ਕੇਂਦਰ ਦੇ ਕੇਸਰ ਦੀ ਖੇਤੀ ਪੰਜਾਬ ਦੀ ਜਰਖੇਜ਼ ਭੂਮੀ 'ਚ ਕਰਨ ਦੀ ਕੋਸ਼ਿਸ਼ ਕਰਨਗੇ, ਸ਼ਾਇਦ ਉਹ ਨਾ ਹੋਵੇ। ਦਿੱਲੀ ਦਾ ਔਰ ਪੰਜਾਬ ਦਾ ਬੜਾ ਵੱਡਾ ਫਰਕ ਹੈ। ਪੰਜਾਬ ਹਮੇਸ਼ਾ ਹੀ ਸਾਰੀਆਂ ਮੂਵਮੈਂਟਸ ਦੇ ਵਿੱਚ ਮੋਹਰੀ ਰਿਹਾ, ਚਾਹੇ ਉਹ ਮੂਵਮੈਂਟ ਪਹਿਲਾਂ ਮੁਗਲਾਂ ਦੇ ਖਿਲਾਫ ਹੋਵੇ, 1000 ਸਾਲ ਦੀ ਚੱਲੀ ਆਉਂਦੀ ਹਕੂਮਤ ਦੇ ਖਿਲਾਫ ਜੇ ਸਭ ਤੋਂ ਪਹਿਲਾਂ ਕੋਈ ਤਲਵਾਰ ਲੈ ਕੇ ਉੱਠਿਆ ਤਾਂ ਉਹ ਪੰਜਾਬ ਸੀ। ਪੰਜਾਬ ਨੇ ਸਿਰ ਤੇ ਕਲੰਗੀ ਲੰਗਾਈ, ਪੰਜਾਬ ਨੇ ਸਿਰ ਤੇ ਦਸਤਾਰ ਬੰਨੀ, ਪੰਜਾਬ ਨੇ ਤਲਵਾਰ ਉਠਾਈ, ਪੰਜਾਬ ਨੇ ਘੋੜਾ, ਲੰਸਰ ਸਾਰੀਆਂ ਚੀਜ਼ਾਂ ਲਈਆਂ, ਪੰਜਾਬ ਨੇ ਵੱਡੇ ਤੇ ਛੋਟੇ ਘੱਲੂ ਘਾਰੇ ਦੇਖੇ। ਉਸ ਤੋਂ ਬਾਅਦ ਦੂਸਰੀ ਜੰਗ ਜਿਹੜੀ ਅਸੀਂ ਸਾਰੇ ਜਾਣਦੇ ਹਾਂ, ਉਹ ਦੇਸ਼ ਦੀ ਆਜ਼ਾਦੀ ਦੀ ਲੜਾਈ ਸੀ। 85% ਤੱਕ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ। ਕਾਲੇ ਪਾਣੀ ਦੀ ਜੇਲ੍ਹ ਤੋਂ ਲੈ ਕੇ ਲੰਡਨ ਤੱਕ ਜਾ ਕੇ ਪ੍ਰਤੀਕਾਤਮਕ ਤੌਰ ਤੇ ਉੱਥੇ ਵੱਡੇ ਗੋਰੇ ਦਾ ਜਾ ਕੇ ਕਤਲ ਕਰਨਾ, ਜੱਲਿਆਂਵਾਲੇ ਬਾਗ ਵਰਗੇ ਸਾਕੇ ਇਹਨੇ ਆਪਣੇ ਸਿਰ ਤੇ ਹੰਢਾਏ। ਇਸੇ ਤਰੀਕੇ ਨਾਲ ਜੇ ਬਿਲਕੁਲ ਵਰਤਮਾਨ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਖੇਤੀ ਨੂੰ ਜਦੋਂ ਨੱਪਣ ਦੀ ਕਾਰਪੋਰੇਟ ਹੱਥਾਂ ਵਿੱਚ ਵੇਚਣ ਦੀ ਕੋਸ਼ਿਸ਼ ਕਰੀ ਤਾਂ ਪੰਜਾਬ ਮੁਹਾਜ ਬਣ ਕੇ ਦਿੱਲੀ ਦੀਆਂ ਬਰੂਹਾਂ ਤੇ ਬੈਠਿਆ। ਇਸ ਕਰਕੇ ਪੰਜਾਬ ਦੇ ਅੰਦਰ ਉਹੀ ਵਿਚਾਰ ਪਨਪ ਸਕਦਾ ਹੈ ਜਿਹੜਾ ਲੋਕਾਂ ਨੂੰ ਵੀ ਸਵੀਕਾਰ ਹੋਵੇ। ਇਹ ਨਹੀਂ ਪੋਸੀਬਲ ਹੁੰਦਾ ਕਿ ਐਸੀ ਅਸੀਂ ਕੋਈ ਪੁੜੀ ਲੈ ਆਈਏ ਜਿਹੜੀ ਕੇਂਦਰ 'ਚੋਂ ਬੈਠ ਕੇ ਸਾਰਿਆਂ ਨੂੰ ਵਰਤਾ ਦੇਈਏ ਤੇ ਉਸੇ ਰੂਪ ਦੇ ਵਿੱਚ ਚੱਲੀ ਜਾਊਗੀ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜੇ ਕਿਸੇ ਵਿਅਕਤੀ ਨੇ ਰਾਸ਼ਟਰੀ ਰਾਜਨੀਤੀ ਕਰਨੀ ਹੈ ਤਾਂ ਉਹਨੂੰ ਹਰ ਸੂਬੇ ਦੇ ਵਿੱਚ ਆਪਣੀ ਵੱਖਰੀ ਕਿਸਮ ਦੀ ਵਿਚਾਰਧਾਰਕ ਫਸਲ ਬੀਜਣੀ ਪਊਗੀ। ਜੋ ਮਾਡਲ ਪੰਜਾਬ ਦੇ ਵਿੱਚ ਚੱਲਦਾ ਹੈ ਉਹ ਬਿਹਾਰ 'ਚ ਨਹੀਂ ਚੱਲ ਸਕਦਾ, ਜੋ ਬਿਹਾਰ 'ਚ ਚੱਲਦਾ ਹੈ ਉਹ ਬੰਗਾਲ 'ਚ ਨਹੀਂ ਚੱਲ ਸਕਦਾ, ਬੰਗਾਲ ਵਾਲਾ ਮਾਡਲ ਹੈ ਜਿਹੜਾ ਉਹ ਮਹਾਰਾਸ਼ਟਰ 'ਚ ਨਹੀਂ ਚੱਲ ਸਕਦਾ। ਮੁੱਦਾ ਭਾਵੇਂ ਕੇਂਦਰ ਤੇ ਸੂਬੇ ਦਾ ਹੋਵੇ। ਜਦੋਂ ਮਹਾਰਾਸ਼ਟਰ ਦੇ ਵਿੱਚ ਲੋਕ ਕਹਿੰਦੇ ਆ ਕਿ ਸਾਡੀ ਭਾਸ਼ਾ ਜਿਹੜੀ ਉਹ ਮਹਾਰਾਸ਼ਟਰੀਅਨ ਬੋਲੀ ਜਾਵੇ, ਅਸੀਂ ਹਿੰਦੀ ਦਾ ਵਿਰੋਧ ਕਰਦੇ ਹਾਂ, ਤਾਂ ਉਹ ਸੂਬਾ ਭਗਤ ਹੈ। ਜਦੋਂ ਪੰਜਾਬ ਵਾਲਾ ਕਹਿੰਦਾ ਹੈ ਕਿ ਅਸੀਂ ਸੂਬੇ ਦੀ ਭਾਸ਼ਾ ਬੋਲਣੀ ਹੈ ਤਾਂ ਇਹ ਅੱਤਵਾਦੀ ਬਣ ਜਾਂਦਾ। ਜਦੋਂ ਮਹਾਰਾਸ਼ਟਰ ਵਾਲੇ ਕਹਿੰਦੇ ਆ ਕਿ ਬਾਹਰਲੇ ਸੂਬੇ ਨੂੰ ਨਹੀਂ ਨੌਕਰੀ ਦੇਣੀ, ਉਹ ਮਹਾਰਾਸ਼ਟਰੀ ਭਗਤ ਬਣ ਜਾਂਦੇ ਹੈ। ਜੇ ਪੰਜਾਬ ਦੇ ਵਿੱਚ ਐਸੀ ਗੱਲ ਹੋਊ ਤਾਂ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ। ਕਹਿਣ ਤੋਂ ਮਤਲਬ ਇਹ ਹੈ ਕਿ ਹਰ ਸੂਬੇ ਦੇ ਹਿਸਾਬ ਨਾਲ, ਹਰ ਖਿੱਤੇ ਦੇ ਹਿਸਾਬ ਨਾਲ, ਹਰ ਵਿਚਾਰਧਾਰਾ ਦੇ ਹਿਸਾਬ ਨਾਲ ਪਰਸੈਪਸ਼ਨ ਬਦਲਦੀ ਰਹਿੰਦੀ ਹੈ। ਤੁਹਾਨੂੰ ਯਾਦ ਹੋਊਗਾ ਕਿ ਮਤਾ ਆਨੰਦਪੁਰ ਦਾ ਭਾਵੇਂ ਅਕਾਲੀ ਦਲ ਉਸ ਤੋਂ ਕਈ ਕਦਮ ਪਿੱਛੇ ਹਟ ਗਿਆ। ਸਭ ਤੋਂ ਪਹਿਲਾਂ ਜੇ ਕੇਂਦਰ ਤੇ ਸਰਕਾਰਾਂ ਦੇ ਫੈਸਲਿਆਂ ਨੂੰ ਲੈ ਕੇ ਸੰਘਰਸ਼ ਵਿੱਢਿਆ ਸੀ ਤਾਂ ਉਹ ਪੰਜਾਬ ਨੇ ਵਿੱਢਿਆ ਸੀ। ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਭਾਵੇਂ ਕੇਂਦਰ ਦੇ ਵਿੱਚ ਕੋਈ ਵੀ ਵਿਅਕਤੀ ਆਵੇ, ਕੇਂਦਰ ਦਾ ਪ੍ਰਬੰਧ ਚਲਾਉਣ ਦਾ ਇੱਕ ਆਪਣਾ ਸਿਸਟਮ ਹੈ। ਕੇਂਦਰ ਹਮੇਸ਼ਾ ਹੀ, ਦਿੱਲੀ ਦਰਬਾਰ ਹਮੇਸ਼ਾ ਹੀ ਇਹ ਚਾਹੁੰਦਾ ਹੈ ਕਿ ਸੂਬੇ ਉਸ ਦੇ ਅੰਡਰ ਰਹਿਣ, ਵੱਧ ਤੋਂ ਵੱਧ ਉਹ ਸਾਰੀਆਂ ਚੀਜ਼ਾਂ ਦਾ ਕੇਂਦਰੀਕਰਨ ਕਰੇ, ਭਾਵੇਂ ਉਹ ਟੈਕਸ ਪ੍ਰਣਾਲੀ ਹੋਵੇ, ਐਜੂਕੇਸ਼ਨ, ਹੈਲਥ ਜਾਂ ਹੋਰ ਬਹੁਤ ਸਾਰੇ ਫੈਸਲੇ ਹੋਣ। ਭਾਵੇਂ ਲੰਮੇ ਸਮੇਂ ਤੋਂ ਪਹਿਲਾਂ ਸਾਡੇ ਉੱਪਰ ਕਾਂਗਰਸ ਦੀ ਹਕੂਮਤ ਰਹੀ, ਤੁਹਾਨੂੰ ਪਤਾ ਹੋਣਾ ਕਿ ਉਹਨਾਂ ਨੇ ਪੰਜਾਬ ਦੀਆਂ ਸੂਬੇ ਦੀਆਂ ਕਿੰਨੀਆਂ ਸਰਕਾਰਾਂ ਤੋੜੀਆਂ। ਇਸੇ ਤਰੀਕੇ ਨਾਲ ਜੇ ਹੁਣ ਦੂਸਰੀ ਹਕੂਮਤ ਬੀਜੇਪੀ ਦੀ ਹੈ, ਇਹਨਾਂ ਦੀ ਵੀ ਕੋਸ਼ਿਸ਼ ਵੱਧ ਤੋਂ ਵੱਧ ਮੁੱਦਿਆਂ ਦਾ ਕੇਂਦਰੀਕਰਨ ਕਰਨ ਦੀ ਹੈ, ਭਾਵੇਂ ਉਹ ਇਲੈਕਸ਼ਨ ਦੀ ਗੱਲ ਹੋਵੇ, GST ਦੀ ਗੱਲ ਹੋਵੇ। ਇਸੇ ਤਰੀਕੇ ਨਾਲ ਜੇ ਕੱਲ ਨੂੰ ਇਹਨਾਂ ਦੀ ਥਾਂ ਤੇ ਬੰਦਾ ਭਾਵੇਂ ਕੋਈ ਵੀ ਹੋਵੇ, ਇਹ ਇੱਕ ਪੈਟਰਨ ਹੈ ਪ੍ਰਬੰਧ ਦਾ। ਜਿਹੜਾ ਬੰਦਾ ਕੇਂਦਰ ਦੇ ਵਿੱਚ ਰਾਜ ਕਰਨਾ ਚਾਹੁੰਦਾ ਹੈ ਤਾਂ ਉਹ ਹਮੇਸ਼ਾ ਹੀ ਇਹ ਦੇਖਦਾ ਹੈ ਕਿ ਵੱਧ ਤੋਂ ਵੱਧ ਸਾਰੀਆਂ ਚੀਜ਼ਾਂ ਦਾ ਕੇਂਦਰੀਕ੍ਰਿਤ ਕੰਟਰੋਲ ਕਿਵੇਂ ਕਰ ਸਕਦਾ ਹੈ। ਤੇ ਇਹ
ਅੱਜ ਦੇ ਜਿਹੜਾ ਕਾਰਪੋਰੇਟ ਜਗਤ ਹੈ ਉਹਦੀ ਵੀ ਲੋੜ ਹੈ। ਉਹਨਾਂ ਨੇ ਹਰ ਸੂਬੇ ਦੇ ਵਿੱਚ ਸਮਾਨ ਵੇਚਣਾ ਹੈ। ਅਡਾਨੀ ਦਾ ਸਮਾਨ ਹੈ ਜਿਹੜਾ ਉਹ ਹਰ ਸੂਬੇ ਦੇ ਸ਼ਹਿਰ ਦੇ ਵਿੱਚ ਵਿਕਣਾ ਹੈ। ਇਸੇ ਤਰੀਕੇ ਨਾਲ ਉਹਨਾਂ ਦੇ ਟੈਲੀਫੋਨ, ਉਹਨਾਂ ਦੀਆਂ ਬਾਕੀ ਸੇਵਾਵਾਂ ਸਾਰੇ ਸੂਬਿਆਂ ਦੇ ਵਿੱਚ ਜੇ ਉਹ ਨਹੀਂ ਕੰਟਰੋਲ ਕਰਨਗੇ ਤਾਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਪੂੰਜੀ ਦਾ ਵਿਕਾਸ ਉਸ ਕਿਸਮ ਨਾਲ ਨਹੀਂ ਹੋਣਾ। ਇਸ ਕਰਕੇ ਜਿਹੜੀ ਰਾਜਾਂ ਦੀ ਤੇ ਕੇਂਦਰ ਦੀ ਕਸ਼ਮਕਸ਼ ਹੈ ਇਹ ਬਣੀ ਰਹਿਣੀ ਹੈ। ਪਰ ਨਾਲ ਹੀ ਨਾਲ ਇਹ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਜੇ ਕਿਸੇ ਵੀ ਵਿਅਕਤੀ ਦੇ ਮਨ ਦੇ ਵਿੱਚ ਆਪਣੀ ਕਿਸਮ ਦਾ ਰਾਸ਼ਟਰਵਾਦ ਰੱਖਿਆ ਹੋਇਆ ਹੈ ਤਾਂ ਪੰਜਾਬ ਜਾਂ ਕੋਈ ਹੋਰ ਸੂਬਾ ਉਸ ਰਾਸ਼ਟਰਵਾਦ ਨੂੰ ਉਸੇ ਰੂਪ ਦੇ ਵਿੱਚ ਪ੍ਰਵਾਨ ਕਰੂਗਾ। ਮੇਰਾ ਆਖਰੀ ਸਵਾਲ ਹੈ ਕਿ ਹਰੇਕ ਪਾਰਟੀ ਦੀ ਆਪਣੀ ਵਿਚਾਰਧਾਰਾ ਹੈ। ਨਾ ਤਾਂ ਹੁਣ ਅਕਾਲੀ ਦਲ ਵਾਲੇ ਕਹਿ ਸਕਦੇ ਨੇ ਕਿ ਅਸੀਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਅਸੀਂ ਵੀ ਚੱਲਾਂਗੇ ਕਿਉਂਕਿ ਉਹਨਾਂ ਦਾ ਸਮਾਂ ਲੰਘ ਗਿਆ। ਕਾਂਗਰਸ ਦਾ ਵੀ ਲੰਘਿਆ, ਉਹ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਤੇ ਚੱਲਦੇ। ਹੁਣ ਮੁਕਾਬਲਾ ਨਜ਼ਰ ਆਉਂਦਾ ਹੈ 2024 ਵਿੱਚ ਜਾਂ ਅਗਲੀ ਸਿਆਸਤ ਦੇ ਵਿੱਚ ਸ਼ਹੀਦ ਭਗਤ ਸਿੰਘ ਬਨਾਮ ਭਗਵਾਂ ਕਰਨ ਦੀ ਸਿਆਸਤ। 2024 ਵਿੱਚ ਇਹਨੂੰ ਕਿੱਦਾਂ ਦੇਖਦੇ ਹੋ ਕਿ ਕਿਸ ਤਰ੍ਹਾਂ ਮੁਕਾਬਲਾ, ਕੌਣ ਕਿੱਥੇ ਰਹੇਗਾ, ਲੋਕ ਕਿਵੇਂ ਕਿਸੇ ਨੂੰ ਸਮਝਣਗੇ? ਕਿਉਂਕਿ ਇੱਕ ਪਾਸੇ ਤਾਂ ਹਿੰਦੂ ਬਹੁ ਗਿਣਤੀ ਹੈ ਤੇ ਦੂਜੇ ਪਾਸੇ ਜਦੋਂ ਸ਼ਹੀਦ ਭਗਤ ਸਿੰਘ ਦੀ ਗੱਲ ਕਰਦੇ ਨੇ ਤਾਂ ਉਹਨਾਂ ਦੇ ਮਨ ਵਿੱਚ ਵੀ ਬੜੇ ਵਿਚਾਰ ਆਉਂਦੇ ਹੋਣੇ ਕਿ ਕੱਲ ਨੂੰ ਜਦੋਂ ਇਸ ਵਿਚਾਰਧਾਰਾ ਤੇ ਤੁਰਨਗੇ ਤੇ ਸਾਡੇ ਨਾਲ ਕੀ ਬਣੂਗੀ। ਕਿਉਂਕਿ ਅੱਜ ਜਦੋਂ ਕਸ਼ਮੀਰ ਫਾਈਲਸ ਵਗੈਰਾ ਰਿਲੀਜ਼ ਹੁੰਦੀ ਆ ਤਾਂ ਉਹਦੇ ਤੋਂ ਆਵਾਜ਼ ਉੱਠਦੀ ਹੈ ਕਿ ਪੰਜਾਬ ਫਾਈਲਸ ਵੀ ਲੈ ਕੇ ਆਓ। ਮਹਾਰਾਸ਼ਟਰ ਵਾਲੇ ਕਹਿੰਦੇ ਕਿ ਸਾਡੇ ਇੱਧਰੋਂ, ਗੁਜਰਾਤ ਵਾਲੇ ਕਹਿੰਦੇ ਕਿ ਸਾਡੇ ਇੱਥੋਂ ਹੀ ਫਾਈਲਸ ਹੋਣੀ ਚਾਹੀਦੀ ਹੈ। ਦੇਖੋ, ਬਹੁਤ ਮਹੱਤਵਪੂਰਨ ਸਵਾਲ ਹੈ ਇਹ। ਜਦੋਂ ਅਸੀਂ ਗੱਲ ਕਰਦੇ ਹਾਂ ਕੰਸੋਲੀਡੇਸ਼ਨ ਦੀ ਧਰਮ ਦੇ ਆਧਾਰ ਤੇ, ਅਸੀਂ ਸਾਰੇ ਜਾਣਦੇ ਹਾਂ ਕਿ ਰਾਮ ਮੰਦਿਰ ਦੇ ਮੁੱਦੇ ਦੇ ਉੱਪਰ ਹਿੰਦੂ ਮੁਸਲਮਾਨ ਦੀ ਕੰਸੋਲੀਡੇਸ਼ਨ ਗੁਜਰਾਤ ਦੇ ਦੰਗਿਆਂ ਤੋਂ ਹੋਈ। ਉਸ ਤੋਂ ਬਾਅਦ ਸਰਕਾਰ ਨੂੰ ਬਹੁਤ ਭਾਰੀ ਬਹੁਮਤ ਮਿਲਿਆ। ਇੱਕ ਧਿਰ ਨੇ ਇਹ ਸੋਚ ਕੇ ਕਿ ਧਰਮ ਦੀ ਰਾਜਨੀਤੀ ਕੇਂਦਰ ਦੇ ਵਿੱਚ ਜਿਹੜੀ ਹੋ ਰਹੀ ਹੈ ਸ਼ਾਇਦ ਉਹ ਧਰਮ ਨੂੰ ਖਤਰੇ ਵਿੱਚ ਪਿਆ ਵੇਖ ਕੇ ਉਹਦੀ ਮਦਦ ਕਰਨੀ ਚਾਹੁੰਦੇ ਹੈ। ਪਰ ਸ਼ਾਇਦ ਹੁਣ ਲੋਕ ਸਮਝ ਚੁੱਕੇ ਹੈ ਕਿ ਬਹੁ ਗਿਣਤੀ ਤੇ ਭਾਰੂ ਧਰਮ ਆਪਣੇ ਆਪ ਦੇ ਵਿੱਚ ਕਿਵੇਂ ਖਤਰੇ 'ਚ ਪੈ ਗਿਆ। ਇਸ ਕਰਕੇ ਪੰਜਾਬ ਨੇ ਇਹਦੀ ਬੜੀ ਵੱਡੀ ਉਦਾਹਰਨ ਪੇਸ਼ ਕੀਤੀ ਹੈ। ਪੰਜਾਬ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਕੋਸ਼ਿਸ਼ ਕੀਤੀ, ਭਾਵੇਂ ਉਹ ਅਕਾਲੀ ਦਲ ਸੀ, ਭਾਵੇਂ ਕਾਂਗਰਸ ਸੀ ਜਾਂ ਹੋਰ ਧਿਰਾਂ ਸੀ, ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਖੇਤਰੀ ਰਾਜਨੀਤੀ, ਜਾਤੀ ਰਾਜਨੀਤੀ, ਭਾਸ਼ਾ ਦੀ, ਧਰਮ ਦੀ, ਸੱਭਿਆਚਾਰ ਦੀ, ਜਿਹੜੇ ਵੀ ਹੋ ਸਕਦੇ ਹੈ ਕੈਟਾਗਰੀਜ਼ ਦੇ ਵਿੱਚ ਵੰਡਣ ਦੇ ਮਸਲੇ, ਉਹਨਾਂ ਨੂੰ ਲੈ ਕੇ ਰਾਜਨੀਤੀ ਕਰੀਏ। ਪਰ ਮੈਂ ਇਹ ਕਹਿਣਾ ਕਿ ਇਹ ਪੰਜਾਬ ਦੀ ਸਿਆਣਪ ਹੈ। ਪੰਜਾਬ ਦੀ ਸਿਆਣਪ ਨੇ ਉਹ ਸਾਰੇ ਮੁੱਦੇ ਪਾਸੇ ਕਰਕੇ ਇੱਕ ਨਵਾਂ ਮਾਡਲ ਪੇਸ਼ ਕੀਤਾ। ਨਵਾਂ ਮਾਡਲ ਵੀ ਇਸ ਰੂਪ ਦੇ ਵਿੱਚ ਪੇਸ਼ ਕੀਤਾ ਕਿ ਇੱਕ ਧਿਰ ਨੂੰ ਦਿਖਾਇਆ ਕਿ ਨਿੱਠ ਕੇ ਅਸੀਂ ਇਹਨਾਂ ਦੀ ਸਰਕਾਰ ਬਣਾਈ ਹੈ। ਦੂਸਰੇ, ਮੈਂ ਅੱਜ ਕੱਲ੍ਹ ਇੱਕ ਹੋਰ ਆਵਾਜ਼ ਸੁਣ ਰਿਹਾ, ਕਈ ਵਿਅਕਤੀ ਇਹ ਸੋਚ ਰਹੇ ਜਾਂ ਇਹ ਕਹਿੰਦੇ ਆ ਕਿ ਸ਼ਾਇਦ ਪੰਜਾਬ ਦੀ ਵੱਡੀ ਜਿੱਤ ਦੇ ਪਿੱਛੇ ਜਿਹੜਾ ਕਿਸਾਨ ਮੂਵਮੈਂਟ ਹੈ ਉਹਦਾ ਰੋਲ ਹੈ। ਹਾਂ, ਇੱਕ ਪੱਖੋਂ ਇਹ ਰੋਲ ਹੋ ਸਕਦਾ ਹੈ, ਪਰ ਜੇ ਅਸੀਂ ਇਕੱਲੇ ਕਿਸਾਨ ਮੋਰਚੇ ਦਾ ਰੋਲ ਇਹਦੇ ਪਿੱਛੇ ਰੱਖ ਕੇ ਦੇਖਦੇ ਹਾਂ ਤਾਂ ਵੀ ਅਸੀਂ ਗਲਤੀ ਕਰ ਰਹੇ ਹਾਂ। ਗਲਤੀ ਅਸੀਂ ਕਿਵੇਂ ਕਰ ਰਹੇ ਹਾਂ? ਮੈਂ ਪਟਿਆਲਾ ਦੇ ਅਰਬਨ ਸਟੇਟ ਦੇ ਬੂਥ ਦੀ ਸਟੱਡੀ ਕੀਤੀ। ਟੋਟਲ ਅਰਬਨ ਬੂਥ ਹੈ। ਉੱਥੇ ਜੇ ਸਾਰੀਆਂ ਪਾਰਟੀਆਂ ਨੂੰ 50 ਵੋਟਾਂ ਪੈਂਦੀਆਂ ਤਾਂ ਆਮ ਆਦਮੀ ਪਾਰਟੀ ਨੂੰ 300 ਵੋਟ ਪੈਂਦੀ ਹੈ। ਇੱਥੇ ਕੋਈ ਵੀ ਖੇਤੀ ਕਰਨ ਵਾਲਾ ਨਹੀਂ, ਭਾਵੇਂ ਖੇਤੀ ਬੈਕਗ੍ਰਾਉਂਡ ਦੇ ਵਿੱਚੋਂ ਆਏ ਹੋਏ ਲੋਕ ਹੈ, ਪਰ ਵੋਟਾਂ ਸਾਰੇ ਲੋਕਾਂ ਨੇ ਪਾਈਆਂ। ਜੇ 6 ਗੁਣਾ ਫਰਕ ਇੱਕ ਅਰਬਨ ਵੋਟਰ ਦੇ ਵਿੱਚ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਬੜੀ ਸੋਚ ਸਮਝ ਕੇ, ਜਾਤੀ ਤੋਂ ਪਰੇ ਹੋ ਕੇ, ਧਰਮ ਤੋਂ ਪਰੇ ਹੋ ਕੇ ਇੱਕ ਵਾਰੀ ਇਹ ਸੋਚ ਕੇ ਮੌਕਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਨਵੇਂ ਵਿਚਾਰ ਨੂੰ ਅਸੀਂ ਇੱਕ ਵਾਰੀ ਪਣਪਣ ਦਾ ਮੌਕਾ ਦਈਏ। ਬਾਕੀ ਇਤਿਹਾਸ ਹੈ ਜਿਹੜਾ ਫੈਸਲੇ ਉਹਨੇ ਕਰਨੇ ਹੈ। ਅਸੀਂ ਕਿਆਸ ਰਾਈ ਕਰ ਸਕਦੇ ਹਾਂ, ਅਸੀਂ ਦੇਖਣ ਦੀ ਕੋਸ਼ਿਸ਼ ਕਰ ਸਕਦੇ ਹਾਂ, ਸੈਗਰੀਗੇਟ ਕਰਕੇ ਵੱਖ-ਵੱਖ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ, ਪਰ ਕੁਝ ਵੀ ਲੁਕਿਆ ਨਹੀਂ ਰਹਿੰਦਾ। ਜਿਵੇਂ ਜਿਵੇਂ ਫੈਸਲੇ ਹੋਣਗੇ, ਜਿਵੇਂ ਜਿਵੇਂ ਸਾਡੇ ਵੰਡ ਹੋਊਗੀ ਵੱਖ-ਵੱਖ ਅਹੁਦਿਆਂ ਦੀ, ਉਹਦੇ ਵਿੱਚੋਂ ਨਿਖਰ ਕੇ ਸਾਰੀਆਂ ਗੱਲਾਂ ਸਾਹਮਣੇ ਆ ਜਾਣਗੀਆਂ। ਪੂਰੇ 5 ਸਾਲ ਹੈ, ਪੂਰਨ ਬਹੁਮਤ ਹੈ, ਕਿਸੇ ਕਿਸਮ ਦੀ ਕਮੀ ਨਹੀਂ। ਜਿਹੜੀ ਗੱਲ ਦਾ ਤੁਸੀਂ ਇਸ਼ਾਰਾ ਕੀਤਾ ਸੀ ਕਿ ਕੇਜਰੀਵਾਲ ਸਾਹਿਬ ਹੈ ਜਿਹੜੇ ਉਹ ਕਲਾਸ ਲਾ ਰਹੇ ਆ ਅੱਜ ਵਿਧਾਇਕਾਂ ਦੀ, ਤਾਂ ਇਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ। ਇਹ ਬਹੁਤ ਜ਼ਰੂਰੀ ਸੀ, ਬਹੁਤ ਸਿਆਣਪ ਭਰਿਆ ਫੈਸਲਾ ਹੈ, ਕਿਉਂਕਿ ਦੇਖਣ ਦੇ ਵਿੱਚ ਆਇਆ ਕਿ ਬਹੁਤ ਸਾਰੇ ਵਿਧਾਇਕਾਂ ਨੇ ਇਸ ਉਤਸ਼ਾਹ ਦੇ ਵਿੱਚੋਂ ਕਿ ਅਸੀਂ ਸਮਾਜ ਬਦਲਣਾ ਹੈ, ਬਹੁਤ ਐਸੀਆਂ ਥਾਵਾਂ ਤੇ ਜਾ ਕੇ ਪੈਨੀਟ੍ਰੇਸ਼ਨ ਸ਼ੁਰੂ ਕਰਤੀ ਸੀ ਜਿਸ ਦੇ ਲਈ ਇੱਕ ਸਿਸਟਮ ਜਾਂ ਪ੍ਰਬੰਧ ਦਾ ਹੋਣਾ ਜ਼ਰੂਰੀ ਹੈ। ਜੇ ਅਸੀਂ ਆਪ ਮੁਹਾਰੇ ਸਾਰਾ ਕੁਝ ਆਪ ਚਲਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਸਰਕਾਰ ਦਾ ਬਹੁਤ ਵੱਡਾ ਪ੍ਰਬੰਧ ਹੈ ਸਾਰੀਆਂ ਥਾਵਾਂ ਤੇ, ਉਹ ਚੱਲ ਨਹੀਂ ਸਕਣਾ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਕੇਜਰੀਵਾਲ ਆਪ ਜਿਹੜੇ ਸਾਡੇ ਰਾਸ਼ਟਰੀ ਪੱਧਰ ਦੇ ਪ੍ਰਬੰਧਨ ਵਾਲੇ ਮਹਿਕਮੇ ਆ IRS ਦੇ ਵਿੱਚੋਂ ਆਏ ਹੋਏ ਆ, ਉਹਨਾਂ ਦਾ ਆਪ ਦਿੱਲੀ 'ਚ ਰਾਜਨੀਤੀ ਕਰਨ ਦਾ ਤਜਰਬਾ
ਹੈ ਉਹ ਜਿਹੜੇ ਨਵੇਂ ਚੁਣੇ ਹੋਏ ਆਪਣੇ ਵਿਧਾਇਕ ਹੈ ਉਹਨਾਂ ਨੂੰ ਜ਼ਰੂਰ ਇਹ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਅਸੀਂ ਕਿਸ ਸਿਸਟਮ ਰਾਹੀਂ ਬਾਬੂਆਂ ਦੀਆਂ ਚਾਲਾਂ ਨੂੰ ਸਮਝਣਾ ਹੈ, ਕਿਸ ਤਿਕੜਮਬਾਜ਼ੀ ਨੂੰ ਅਸੀਂ ਕਿਵੇਂ ਹੈਂਡਲ ਕਰਨਾ ਹੈ, ਕਿਸ ਕੂਲ ਮਾਈਂਡ ਦੇ ਨਾਲ ਕਿਸ ਸਰੋਤ ਦੀ ਵਰਤੋਂ ਕਰਕੇ ਅਸੀਂ ਸਾਡੇ ਸਿਸਟਮ ਨੂੰ ਲੀਹ ਤੇ ਚੜਾਉਣਾ ਹੈ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਸ਼ੁਭ ਸਗਨ ਹੈ, ਕਿਉਂਕਿ ਜੇ ਅਸੀਂ ਡਰਾਈਵਰ ਵੀ ਰੱਖਦੇ ਹਾਂ ਉਹਨੂੰ ਵੀ ਟ੍ਰੇਨਿੰਗ ਦਿੰਦੇ ਹਾਂ, ਉਹਨਾਂ ਨੇ ਇੱਕ ਸਿਰਫ ਕਾਰ ਜਾਂ ਬੱਸ ਚਲਾਉਣੀ ਹੁੰਦੀ ਹੈ, ਜਿਨ੍ਹਾਂ ਵਿਅਕਤੀਆਂ ਨੇ ਸਰਕਾਰ ਚਲਾਉਣੀ ਹੈ ਉਹਨਾਂ ਨੂੰ ਤਾਂ ਜ਼ਿਆਦਾ ਟ੍ਰੇਨਿੰਗ ਦੀ ਲੋੜ ਹੈ। ਮੈਂ ਤਾਂ ਇਹ ਕਹੂੰਗਾ ਕਿ ਇਹ ਸ਼ੁਭ ਸਗਨ ਨੂੰ ਉਹ ਹਰ ਮਹੀਨੇ ਕਰਿਆ ਕਰਨ, ਹਰ 2 ਮਹੀਨੇ ਬਾਅਦ ਰਿਵਿਊ ਕਰਿਆ ਕਰਨ। ਹਾਲਾਂਕਿ ਮੰਨਿਆ ਜਾਂਦਾ ਹੈ ਕਿ ਇਹ ਪਾਰਟੀ ਆਪਣੇ IT ਸੈੱਲ ਰਾਹੀਂ ਬਹੁਤ ਬਰੀਕੀ ਦੇ ਵਿੱਚ ਜਾ ਕੇ ਇਹਨਾਂ ਚੀਜ਼ਾਂ ਨੂੰ ਸਮਝਦੀ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ ਜੇ ਇਹੀ ਸੇਧ ਪਹਿਲਾਂ ਦਿੱਤੀ ਹੁੰਦੀ, ਸਾਡੀਆਂ ਪਹਿਲੀਆਂ ਪਾਰਟੀਆਂ ਨੇ ਦਿੱਤੀ ਹੁੰਦੀ ਕਿ ਕਿੱਥੇ ਚਿੱਟਾ ਨਹੀਂ ਵੇਚਣਾ, ਕਿੱਥੇ ਤੁਸੀਂ ਗਲਤ ਪਰਚੇ ਨਹੀਂ ਕਰਾਉਣੇ, ਕਿੱਥੇ ਜਾਲੀ ਸ਼ਰਾਬ ਦੇ ਹਿੱਸੇਦਾਰ ਨਹੀਂ ਬਣਨਾ, ਕਿੱਥੇ ਲੋਕਾਂ ਦੀਆਂ ਜ਼ਮਾਨਤਾਂ ਹੋਣ ਤੋਂ ਰੋਕਣਾ ਹੈ, ਕਿੱਥੇ ਕਿਹਦੀ ਜ਼ਮੀਨ ਨੂੰ ਕਿਵੇਂ ਦੱਬਣਾ ਹੈ, ਜੇ ਇਹ ਮਸਲੇ ਪਹਿਲਾਂ ਉਹਨਾਂ ਨੇ ਸੁਲਝਾਏ ਹੁੰਦੇ ਤਾਂ ਸ਼ਾਇਦ ਅੱਜ ਉਹ ਬੱਸ ਤੇ ਜਾਣ ਵਾਲੀ ਪਾਰਟੀ ਤੋਂ ਮੋਟਰਸਾਈਕਲ ਤੇ ਜਾਣ ਵਾਲੀ ਪਾਰਟੀ ਨਾ ਬਣਦੇ। ਇਸ ਕਰਕੇ ਇਹ ਗੱਲਾਂ ਵਿਚਾਰਨਯੋਗ ਹੈ ਜੀ। ਸ਼ੁਕਰੀਆ ਸੰਧੂ ਸਾਹਿਬ, ਧੰਨਵਾਦ ਜੀ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਪ੍ਰੋਫੈਸਰ ਸਤਨਾਮ ਸਿੰਘ ਸੰਧੂ। ਚਰਚਾ ਕੀਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸਾਰੇ ਪਾਸੇ ਤਸਵੀਰਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਆਪਣੇ ਦਫ਼ਤਰ ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਲੱਗ ਚੁੱਕੀ ਆ। 23 ਤਰੀਕ ਨੂੰ 23 ਮਾਰਚ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੀ ਆਵਾਜ਼ ਚੁੱਕਦੇ ਆ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਅਸੀਂ WhatsApp ਨੰਬਰ ਜਾਰੀ ਕਰਾਂਗੇ। ਹਾਲਾਂਕਿ ਕਈ ਦਫ਼ਤਰਾਂ ਤੋਂ ਹੁਣ ਇਹ ਸੁਨੇਹੇ ਵੀ ਸਾਹਮਣੇ ਆ ਰਹੇ ਨੇ ਕਿ ਸਾਡੇ ਨਾਮ ਤੇ ਜੇ ਕੋਈ ਰਿਸ਼ਵਤ ਲੈਂਦਾ ਤਾਂ ਸਾਨੂੰ ਦੱਸੋ। ਇਹ ਵੀ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਜਾਂ ਕਹਿ ਲਓ ਦੇਸ਼ ਦੇ ਇਤਿਹਾਸ ਦੇ ਵਿੱਚ ਕਿ ਇਸ ਤਰ੍ਹਾਂ ਸਰਕਾਰੀ ਬਾਬੂਆਂ ਨੂੰ ਕਹਿਣਾ ਪੈ ਰਿਹਾ। ਪਰ ਨੱਥ ਕਿੰਨੀ ਕੁ ਪੈਂਦੀ ਹੈ? ਕੀ ਇਹ ਦਿਖਾਵੇ ਮਾਤਰ ਰਹਿਣਗੇ? ਕੀ ਸ਼ਹੀਦ ਭਗਤ ਸਿੰਘ ਦੀ ਜਿਹੜੀ ਵਿਚਾਰਧਾਰਾ ਆ ਉਹ ਸਿਰਫ ਦਿਖਾਵੇ ਮਾਤਰ ਰਹੇਗੀ? ਇਹ ਆਉਣ ਵਾਲਾ ਸਮਾਂ ਦੱਸੇਗਾ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ।